ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ ਤੇ ਇਸ ਵੇਲੇ ਦੀ ਸਾਡੀ ਖਾਸ ਪੇਸ਼ਕਸ਼ ਪੁੱਤ ਬਣਿਆ ਕਪੁੱਤ। ਤਾਂ ਗੱਲ ਮੁਕਤਸਰ ਸਾਹਿਬ ਦੇ ਵਿੱਚ ਮਿਲੀ ਉਸ ਬਜ਼ੁਰਗ ਮਹਿਲਾ ਦੀ ਜਿਨ੍ਹਾਂ ਦੀ ਬੇਹੱਦ ਤਰਸਯੋਗ ਹਾਲਾਤ ਦੇ ਵਿੱਚ ਮੌਤ ਹੋ ਗਈ ਔਰ ਹੁਣ ਉਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਮੁਕਤਸਰ ਸਾਹਿਬ ਦੇ ਵਿੱਚ ਲਵਾਰਿਸ ਹਾਲਾਤ ਦੇ ਵਿੱਚ ਮਿਲੀ ਬਜ਼ੁਰਗ ਦਾ ਮਾਮਲਾ ਜਿਹੜਾ ਇਸਨੇ ਇੱਕ ਨਵਾਂ ਮੋੜ ਲੈ ਲਿਆ ਹੈ। ਡੀਸੀ ਦੀ ਰਿਪੋਰਟ ਦੇ ਵਿੱਚ ਮਹਿਲਾ ਦਾ ਪੁੱਤਰ ਬਲਵਿੰਦਰ ਸਿੰਘ ਅਤੇ ਕੇਅਰਟੇਕਰ ਦੋਸ਼ੀ ਪਾਏ ਗਏ ਨੇ ਔਰ ਦੋਹਾਂ ਦੇ ਖਿਲਾਫ ਮਾਮਲਾ ਜਿਹੜਾ ਹੈ ਉਹ ਵੀ ਦਰਜ ਹੋਵੇਗਾ। ਤਾਂ ਬੇਟੇ ਤੇ ਕੇਅਰਟੇਕਰ ਨੇ ਮਹਿਲਾ ਕਮਿਸ਼ਨ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਝੂਠ ਬੋਲਿਆ ਸੀ ਮਹਿਲਾ ਕਮਿਸ਼ਨ ਦੇ ਸਾਹਮਣੇ, ਪਲਾਟ ਨੂੰ ਲੈ ਕੇ ਵੀ ਝੂਠ ਬੋਲਿਆ ਸੀ ਔਰ ਮਹਿਲਾ ਕਮਿਸ਼ਨ ਨੂੰ ਗਲਤ ਜਾਣਕਾਰੀ ਦੇਣ ਦਾ ਇਲਜ਼ਾਮ ਜਿਹੜਾ ਹੈ ਇਹ ਲੱਗਿਆ ਹੋਇਆ ਹੈ ਮਹਿਲਾ ਦੇ ਬੇਟੇ ਤੇ। ਦੋਹਾਂ ਨੇ ਬਜ਼ੁਰਗ ਮਹਿਲਾ ਦਾ ਖਿਆਲ ਨਹੀਂ ਰੱਖਿਆ। ਤਾਂ ਮਹਿਲਾ ਕਮਿਸ਼ਨ ਦੀ ਜਿਹੜੀ ਚੇਅਰਮੈਨ ਹੈ ਮਨੀਸ਼ਾ ਗੁਲਾਟੀ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਦੋਹਾਂ ਵੱਲੋਂ ਹੀ ਇਸ ਬਜ਼ੁਰਗ ਮਹਿਲਾ ਦਾ ਬਿਲਕੁਲ ਖਿਆਲ ਨਹੀਂ ਰੱਖਿਆ ਗਿਆ ਔਰ ਉਹਨਾਂ ਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਦੇ ਲਈ ਉਹਨਾਂ ਨੂੰ ਮਜਬੂਰ ਕੀਤਾ ਗਿਆ। ਔਰ ਤੁਹਾਨੂੰ ਦੱਸ ਦਈਏ ਕਿ ਬਜ਼ੁਰਗ ਮਹਿਲਾ ਆਪਣੇ ਪੁੱਤਰ ਬਲਵਿੰਦਰ ਸਿੰਘ ਦੇ ਕੋਲ ਰਹਿ ਰਹੀ ਸੀ, ਪਰ ਕੁਝ ਸਮੇਂ ਤੋਂ ਬਜ਼ੁਰਗ ਦੀ ਸਾਂਭ ਸੰਭਾਲ ਕੇਅਰਟੇਕਰ ਹੀ ਕਰ ਰਿਹਾ ਸੀ ਔਰ ਡੀਸੀ ਦੀ ਰਿਪੋਰਟ ਦੇ ਵਿੱਚ ਦੋਹਾਂ ਨੂੰ ਦੋਸ਼ੀ ਦੱਸਿਆ ਗਿਆ ਹੈ। ਤਾਂ ਬੇਹੱਦ ਤਰਸਯੋਗ ਹਾਲਾਤ ਦੇ ਵਿੱਚ ਮੁਕਤਸਰ ਸਾਹਿਬ ਦੇ ਵਿੱਚ ਲਾਵਾਰਿਸ ਮਹਿਲਾ ਬਜ਼ੁਰਗ ਮਹਿਲਾ ਮਿਲੇ ਸਨ ਔਰ ਨਿਊਜ਼ 18 ਨੇ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਨਸ਼ਰ ਕੀਤਾ ਸੀ, ਜਿਸ ਤੋਂ ਬਾਅਦ ਇੱਕ ਨਵਾਂ ਮੋੜ ਜਿਹੜਾ ਸਾਹਮਣੇ ਆਇਆ ਹੈ। ਡੀਸੀ ਦੀ ਰਿਪੋਰਟ ਦੇ ਵਿੱਚ ਇਸ ਮਹਿਲਾ ਦੇ ਬੇਟੇ ਬਲਵਿੰਦਰ ਸਿੰਘ ਔਰ ਇਸ ਦੇ ਨਾਲ ਇੱਕ ਕੇਅਰਟੇਕਰ ਨੂੰ ਦੋਸ਼ੀ ਦੱਸਿਆ ਗਿਆ ਹੈ ਔਰ ਇਸ ਦੇ ਨਾਲ ਹੀ ਇਹਨਾਂ ਤੇ ਕੇਸ ਵੀ ਜਿਹੜਾ ਹੈ ਉਹ ਦਰਜ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇ ਕਿ ਬੇਹੱਦ ਤਰਸਯੋਗ ਹਾਲਾਤ ਦੇ ਵਿੱਚ ਇਹ ਬਜ਼ੁਰਗ ਮਹਿਲਾ ਮਿਲੇ ਸਨ, ਉਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ ਸੀ। ਫਿਲਹਾਲ ਸਾਡੇ ਨਾਲ ਚੇਅਰਪਰਸਨ ਪੰਜਾਬ ਵੂਮਨ ਕਮਿਸ਼ਨ ਦੇ ਮਨੀਸ਼ਾ ਗੁਲਾਟੀ ਸਾਡੇ ਨਾਲ ਜੁੜ ਚੁੱਕੇ ਨੇ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੈਮ ਨਿਊਜ਼ 18 ਤੇ। ਔਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗੀ ਕਿ ਕੁਝ ਇਹ ਪੂਰਾ ਮਾਮਲਾ ਹੁਣ ਕੀ ਕੁਝ ਅਪਡੇਟ ਜਿਹੜੀ ਇਸ ਦੇ ਵਿੱਚ ਆਈ ਹੈ ਔਰ ਕੀ ਕੁਝ ਐਕਸ਼ਨ ਜਿਹੜਾ ਤੁਹਾਡੇ ਵੱਲੋਂ ਲਿਆ ਜਾ ਰਿਹਾ, ਕਿਉਂਕਿ ਬੇਹੱਦ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਜਿਹੜੀਆਂ ਨੇ ਨਿਊਜ਼ 18 ਵੱਲੋਂ ਵੀ ਵਾਰ-ਵਾਰ ਵਿਖਾਈਆਂ ਗਈਆਂ ਸੀ ਔਰ ਆਪਣੇ ਦਰਸ਼ਕਾਂ ਨੂੰ ਹਰ ਅਪਡੇਟ ਇਸ ਮਾਮਲੇ ਨੂੰ ਲੈ ਕੇ ਪਹੁੰਚਾਈ ਗਈ ਸੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਨਵਦੀਪ ਪੂਰੀ ਪੰਜਾਬ ਦੀ ਮੀਡੀਆ ਦਾ ਤਹਿ ਦਿਲ ਨਾਲ ਧੰਨਵਾਦ ਕਰਨੀ ਆ ਕਿ ਆਪਾਂ ਇਹ ਮੁਹਿੰਮ ਨੂੰ ਸ਼ੁਰੂ ਕੀਤਾ ਸੀਨੀਅਰ ਸਿਟੀਜ਼ਨ ਲਈ, ਤੇ ਅੱਜ ਸਾਡੀ ਇੱਕ ਬਹੁਤ ਵੱਡੀ ਇੱਕ ਕਾਮਯਾਬੀ ਹੈ ਕਿ ਭਾਰਤ ਸਰਕਾਰ ਨੇ ਅਨਾਉਂਸਮੈਂਟ ਕੀਤੀ ਹੈ ਕਿ ਸੀਨੀਅਰ ਸਿਟੀਜ਼ਨ ਲਈ 1 ਅਕਤੂਬਰ ਤੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾ ਰਿਹਾ ਹੈ, ਜੋ ਕਿ ਪਹਿਲੀ ਵਾਰੀ ਭਾਰਤ ਵਿੱਚ ਹੋਣ ਜਾ ਰਿਹਾ ਹੈ। ਇੱਕ ਮੀਲ ਦਾ ਪੱਥਰ ਸਾਬਿਤ ਹੋਏਗਾ। ਸਾਰੀਆਂ ਸਾਡੇ ਕੋਲ ਹੋਰ ਸਟੇਟ ਤੋਂ ਇਹ ਮੁਹਿੰਮ ਪੰਜਾਬ ਮੀਡੀਆ ਦੁਆਰਾ ਚਲਾਈ ਜਾਣ ਤੋਂ ਬਾਅਦ, ਕਮਿਸ਼ਨ ਦੇ ਨੂੰ ਅਵੇਅਰ ਕਰਨ ਤੋਂ ਬਾਅਦ, ਸਾਡੇ ਦੁਆਰਾ ਚਲਾਈ ਜਾਣ ਤੋਂ ਬਾਅਦ ਸਾਡੇ ਕੋਲ ਹੋਰ ਸਟੇਟ ਤੋਂ ਬੜੀਆਂ ਇਨਕੁਆਇਰੀਜ਼ ਆ ਰਹੀਆਂ ਸਨ ਕਿ ਹੈਲਪ ਤੁਸੀਂ ਸਾਡੀ ਕਰ ਸਕਦੇ ਹੋ। ਤੇ ਇਹ ਮੈਂ ਭਾਰਤ ਸਰਕਾਰ ਨੂੰ ਵੀ ਬਹੁਤ ਤਹਿ ਦਿਲ ਨਾਲ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਸਟੈਪ ਚੁੱਕਿਆ ਸਾਡੀ ਮੁਹਿੰਮ ਤੋਂ ਬਾਅਦ। ਤੇ ਬਹੁਤ ਧੰਨਵਾਦੀ ਹਾਂ ਪੂਰੀ ਮੀਡੀਆ ਦਾ ਕਿ ਇਹ ਸਾਡੀ ਮੁਹਿੰਮ ਰੰਗ ਲੈ ਕੇ ਆਈ। ਬਹੁਤ ਸਾਰੇ ਸੀਨੀਅਰ ਸਿਟੀਜ਼ਨ ਨੂੰ ਇਹ ਬੜਾ ਵੱਡਾ ਸਪੋਰਟ ਮਿਲੇਗਾ ਕਿ ਜਿਹੜਾ ਹੈਲਪਲਾਈਨ ਨੰਬਰ ਜਾਰੀ ਹੋਇਆ। ਦੂਸਰਾ ਜਿਹੜਾ ਨਵਦੀਪ ਤੁਸੀਂ ਪੁੱਛਿਆ ਹੈ ਕਿ ਜੀ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ। ਜੀ ਦੂਸਰਾ ਤੁਸੀਂ ਇਹ ਜਿਹੜਾ ਪੁੱਛਿਆ ਹੈ ਕਿ ਡੀਸੀ ਸਾਹਿਬ ਦੀ ਜਿਹੜੀ ਰਿਪੋਰਟ ਆਈ ਹੈ ਕੱਲ ਸ਼ਾਮ ਨੂੰ, ਡੀਸੀ ਸਾਹਿਬ ਦੀ ਸਾਨੂੰ 10 ਪੇਜ ਦੀ ਇਹ ਰਿਪੋਰਟ ਆਈ ਹੈ ਜਿੰਦੇ ਵਿੱਚ ਇਹ ਸਾਫ਼ ਦੱਸਿਆ ਗਿਆ ਹੈ ਕਿ ਬਲਵਿੰਦਰ ਨੇ ਇੱਕ ਮਕਾਨ ਸੀ ਮਾਤਾ ਜੀ ਦੇ ਨਾਮ ਜਿਹੜਾ ਕਿ ਵੇਚ ਦਿੱਤਾ। ਉਸ ਤੋਂ ਬਾਅਦ ਇਹਨੇ ਇੱਕ ਕੇਅਰ ਟੇਕਰ ਰੱਖਿਆ ਰਾਜੇਸ਼ ਦਾਬੜਾ ਨਾਮ ਦਾ ਬੰਦਾ, ਜਿਹਨੂੰ 4000 ਰੁਪਏ ਰੈਗੂਲਰ ਪੇ ਕਰਦਾ ਰਿਹਾ, ਜਿੰਦੀ ਅਣਦੇਖੀ, ਜਿਹਨੇ ਲਿਜਾ ਕੇ ਮਾਤਾ ਜੀ ਨੂੰ ਕੋਈ ਇੱਟਾਂ ਦਾ ਛੋਟਾ ਜਿਹਾ ਝੋਪੜਾ ਬਣਾ ਕੇ ਸੁੱਟ ਦਿੱਤਾ, ਕੇਅਰ ਨਹੀਂ ਕੀਤੀ। ਇੱਕ ਮਹੰਤ ਦੁਆਰਾ ਔਰ ਪੁਲਿਸ ਦੁਆਰਾ ਦੇਖਣ ਤੋਂ ਬਾਅਦ ਹਸਪੀਟਲ ਚੱਕ ਕੇ ਲਿਜਾਇਆ ਗਿਆ, ਪਰ ਬਲਵਿੰਦਰ ਨੇ ਇੱਕ ਤੇ ਕਮਿਸ਼ਨ ਨੂੰ ਗੁੰਮਰਾਹ ਕੀਤਾ। ਉਸ ਦਿਨ ਜਦੋਂ ਮੇਰੇ ਬਾਰ-ਬਾਰ ਪੁੱਛਣ ਤੇ ਕਿ ਕੋਈ ਪ੍ਰਾਪਰਟੀ ਹੈਗੀ ਸੀ ਤੁਹਾਡੇ ਪੇਰੈਂਟਸ ਦੀ, ਬਾਰ-ਬਾਰ ਕਹਿੰਦੇ ਰਹੇ ਕਿ ਜੀ ਇੱਕ ਪਲਾਟ ਸੀ ਜਿਹੜਾ 1978 ਸਾਨੂੰ ਅਲਾਟ ਹੋਇਆ ਸੀ, ਤੇ ਮੈਂ ਬਾਰ-ਬਾਰ ਉਹਨਾਂ ਨੂੰ ਕਹਿੰਦੀ ਸੀ ਕਿ ਆ ਪਲਾਟ ਦਾ ਜੇ ਕੋਈ ਵਾਰਿਸ ਨਹੀਂ ਹੈਗਾ ਤੇ ਆਪਾਂ ਉਹਨੂੰ ਕਹਿੰਦੇ ਮਾਤਾ ਜੀ ਦੇ ਨਾਮ ਹੀ ਸੀ, ਤੇ ਕਿਆ ਸਰਕਾਰ ਟੇਕ ਓਵਰ ਕਰ ਲੇ, ਕਿਆ ਸਰਕਾਰ ਟੇਕ ਓਵਰ ਕਰ ਲੇ, ਤੇ ਕੋਈ ਜਵਾਬ ਨਹੀਂ ਦੇ ਰਹੀ ਸੀ ਤੇ ਗੁੰਮਰਾਹ ਕੀਤਾ। ਜੋ ਤੱਥੇ ਨਿਕਲ ਕੇ ਆਏ ਨੇ, ਜਿਹਨੂੰ ਪਲਾਟ ਵੇਚਿਆ ਉਹਨੇ ਦੱਸਿਆ ਕਿ ਐਫੀਡੇਵਿਟ ਦੁਆਰਾ ਇੱਕ ਪਲਾਟ ਮਾਤਾ ਜੀ ਦਾ ਵੇਚ ਦਿੱਤਾ ਗਿਆ ਸੀ ਕਾਫੀ ਸਮੇਂ ਪਹਿਲੇ ਹੀ। ਉਸ ਤੋਂ ਬਾਅਦ ਬਲਵਿੰਦਰ ਨੇ ਜਦੋਂ ਇਹ ਹਸਪੀਟਲ ਵਿੱਚ ਇੱਕ ਮਹੰਤ ਦੁਆਰਾ ਔਰ ਪੁਲਿਸ ਦੁਆਰਾ ਚੁੱਕ ਕੇ ਲਿਜਾਇਆ ਗਿਆ, ਬਲਵਿੰਦਰ ਹਸਪੀਟਲ ਤੋਂ ਵੀ ਮਾਤਾ ਜੀ ਨੂੰ ਭਗਾ ਕੇ ਲੈ ਆਇਆ, ਟ੍ਰੀਟਮੈਂਟ ਨਹੀਂ ਕਰਵਾਇਆ, ਜੋ ਕਿ ਮੈਡੀਕਲ ਰਿਪੋਰਟ ਵਿੱਚ ਡਾਕਟਰਾਂ ਨੇ ਮਾਤਾ ਜੀ ਨੂੰ ਭਗੋੜਾ, ਮਰੀਜ਼ ਨੂੰ ਭਗੋੜਾ ਕਰਾਰ ਦਿੱਤਾ ਔਰ ਬਲਵਿੰਦਰ ਨੂੰ ਸਖਤ ਦੱਸਿਆ ਗਿਆ ਸੀ ਕਿ ਮਾਤਾ ਜੀ ਨੂੰ ਇਮੀਡੀਏਟਲੀ ਟ੍ਰੀਟਮੈਂਟ ਦੀ ਜ਼ਰੂਰਤ ਹੈ। ਤੇ ਉਹਦੇ
ਉਹਦੇ 'ਚ ਵੀ ਬਲਵਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਔਰ ਐਸਐਸਪੀ ਨੂੰ ਡੀਸੀ ਸਾਹਿਬ ਨੇ ਕਾਨੂੰਨੀ ਕਾਰਵਾਈ ਕਰਨ ਲਈ ਐਫਆਈਆਰ ਦਰਜ ਦੋਨਾਂ ਤੇ ਹੋਏਗੀ ਭੇਜ ਦਿੱਤਾ ਗਿਆ। ਜੀ ਬਿਲਕੁਲ। ਤੇ ਮਨੀਸ਼ਾ ਗੁਲਾਟੀ ਜੀ, ਵੂਮਨ ਕਮਿਸ਼ਨ ਸੈੱਲ ਦੇ ਵੱਲੋਂ ਹੁਣ ਅੱਗੇ ਕੀ ਕੁਝ ਐਕਸ਼ਨ ਜਿਹੜਾ ਲਿਆ ਜਾ ਸਕਦਾ ਹੈ, ਕਿਉਂਕਿ ਪੁਲਿਸ ਤੇ ਆਪਣੇ ਤੌਰ ਤੇ ਜੋ ਇਹ ਕੰਮ ਕਰੇਗੀ, ਕਾਰਵਾਈ ਕਰੇਗੀ, ਅੱਗੇ ਅਜਿਹੇ ਕੇਸ ਜਿਹੜੇ ਅਗਰ ਤੁਹਾਡੇ ਸਾਹਮਣੇ ਆਉਂਦੇ ਕਿਸ ਤਰ੍ਹਾਂ ਉਸ ਦੇ ਨਾਲ ਡੀਲ ਕੀਤਾ ਜਾਵੇਗਾ ਤੁਹਾਡੇ ਐਂਡ ਤੋਂ? ਦੇਖੋ ਸੀਨੀਅਰ ਸਿਟੀਜ਼ਨ ਸਾਡੇ ਕੋਲ ਹੋਰ ਜਿੰਨੀਆਂ ਵੀ ਕੰਪਲੇਂਟਸ ਆਲਰੇਡੀ ਮੀਡੀਆ ਦੁਆਰਾ ਸਾਨੂੰ ਦਿਖਾਈ ਜਾ ਰਹੀਆਂ ਨੇ, ਚੱਲ ਰਹੀਆਂ ਨੇ, ਸੀਨੀਅਰ ਸਿਟੀਜ਼ਨ ਐਕਟ ਦੇ ਅਧੀਨ ਜਿੰਨੇ ਵੀ ਸਾਡੇ ਕੋਲ ਕੰਪਲੇਂਟਸ ਆਣਗੀਆਂ ਐਸੇ ਤਰ੍ਹਾਂ ਹੀ ਕਾਰਵਾਈ ਹੋਏਗੀ ਔਰ ਸਾਰੇ ਬ੍ਰਿਧ ਆਸ਼ਰਮਾਂ ਤੋਂ ਡਾਟਾ ਲਿੱਤਾ ਜਾਏਗਾ ਕਿ ਪੇਰੈਂਟਸ ਕਿਸ ਵਜ੍ਹਾ ਨਾਲ ਰਹਿ ਰਹੇ ਨੇ ਤੇ ਜੋ ਵੀ ਸੀਨੀਅਰ ਸਿਟੀਜ਼ਨ ਐਕਟ ਹੈ ਔਰ ਭਾਰਤ ਸਰਕਾਰ ਨੂੰ ਫਿਰ ਤੋਂ ਅਪੀਲ ਕਰਦੇ ਆ, ਲਿਖ ਕੇ ਵੀ ਭੇਜਿਆ ਕਿ 2019 ਦਾ ਜਿਹੜਾ ਇੱਕ ਬਿੱਲ ਪੈਂਡਿੰਗ ਪਿਆ ਹੋਇਆ ਹੈ ਜਿੰਦੇ 'ਚ 10,000 ਰੁਪਏ ਜੁਰਮਾਨਾ ਤੇ 6 ਮਹੀਨੇ ਦੀ ਸਜ਼ਾ ਹੈ, ਹੋਰ ਉਹਦੇ 'ਚ ਅਮੈਂਡਮੈਂਟ ਕਰਕੇ ਜੋ ਕਿ ਸਿਰਫ ਭਾਰਤ ਸਰਕਾਰ ਹੀ ਕਰ ਸਕਦੀ ਹੈ। ਸਟੇਟ ਦੁਆਰਾ ਆਪਾਂ ਸਿਫਾਰਿਸ਼ ਕਰਦੇ ਆ, ਸਟੇਟ ਨੂੰ ਵੀ ਲਿਖਾਂਗੇ ਕਿ ਲਿਖ ਚੁੱਕੇ ਆ ਆਲਰੇਡੀ ਸਟੇਟ ਨੂੰ ਵੀ ਕਿ ਇਹਦੇ ਤੇ ਹੋਰ ਸਖਤ ਅਮੈਂਡਮੈਂਟਸ ਕੀਤੀ ਜਾਣ। ਔਰ ਤੁਹਾਡੇ ਚੈਨਲ ਰਾਹੀਂ ਇੱਕ ਸੀਨੀਅਰ ਪੇਰੈਂਟਸ ਨੂੰ ਵੀ ਮੈਸੇਜ ਦੇਣਾ ਚਾਹੁੰਦੀ ਆ ਕਿਉਂਕਿ ਕਮਿਸ਼ਨ ਵਿੱਚ ਬੈਠੇ ਆ, ਸਾਡੇ ਕੋਲ ਬਹੁਤ ਸਾਰੀ ਇਦਾਂ ਦੀ ਕੰਪਲੇਂਟਸ ਆਉਂਦੀਆਂ ਨੇ ਕਿ ਪੇਰੈਂਟਸ ਵੀ ਪਾਰਸ਼ਲ ਹੋ ਜਾਂਦੇ ਨੇ ਬੱਚਿਆਂ ਦੇ ਵਿੱਚ। ਜੇ 3 ਜਾਂ 4 ਬੱਚੇ ਨੇ, ਵੱਡੇ ਬੇਟੇ ਨੂੰ ਜ਼ਿਆਦਾ ਇੰਪੋਰਟੈਂਸ, ਛੋਟੇ ਨੂੰ ਨਹੀਂ, ਬੇਟੀ ਨੂੰ ਇੰਪੋਰਟੈਂਸ, ਜਠਾਨੀ ਨੂੰ ਇੰਪੋਰਟੈਂਸ, ਦੇਵਰਾਨੀ ਨੂੰ ਨਹੀਂ, ਬੇਟੀ ਨੂੰ ਇੰਪੋਰਟੈਂਸ, ਪੁੱਤਰਾਂ ਨੂੰ ਨਹੀਂ ਪੁੱਛਿਆ ਜਾ ਰਿਹਾ, ਨੂੰਹਾਂ ਨੂੰ ਨਹੀਂ। ਤੇ ਇਦਾਂ ਦਾ ਜਿਹੜਾ ਸਿਸਟਮ ਹੈ ਸਾਡੇ ਸਮਾਜ ਦਾ ਅੱਜ ਜਿਹੜਾ ਇਹ ਰੂਪ ਹੈ ਉਹ ਕਿਤੇ ਨਾ ਕਿਤੇ ਗੁੰਮਰਾਹ ਕਰ ਰਿਹਾ ਬੱਚਿਆਂ ਨੂੰ। ਇਹਦਾ ਸਿਰਫ ਪ੍ਰਭਾਵ ਯੂਥ ਤੇ ਪੈ ਰਿਹਾ ਸਾਡੇ ਨਾਲ। ਜੀ ਜੀ ਮੈਮ ਤੁਸੀਂ ਬਣੇ ਰਹੋ ਸਾਡੇ ਨਾਲ। ਫਿਲਹਾਲ ਸਾਡੇ ਨਾਲ ਉਸ ਬੇਸਹਾਰਾ ਮਾਂ ਦੇ ਵੱਡੇ ਪੁੱਤਰ ਰਾਜਿੰਦਰ ਸਿੰਘ ਰਾਜਾ ਸਾਡੇ ਨਾਲ ਜੁੜ ਚੁੱਕੇ ਨੇ। ਰਾਜਿੰਦਰ ਜੀ, ਤੁਸੀਂ ਸੁਣੀ ਹੋਏਗੀ ਖਬਰ, ਨਿਊਜ਼ 18 ਵੱਲੋਂ ਲਗਾਤਾਰ ਇਸ ਮਾਮਲੇ ਤੇ ਜਿਹੜਾ ਹਰ ਅਪਡੇਟ ਪਹੁੰਚਾਇਆ ਜਾ ਰਿਹਾ ਹੈ ਔਰ ਹੁਣ ਜਿਹੜੇ ਤੁਹਾਡੇ ਹੀ ਭਰਾ ਨੇ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਹੈ, ਨਾਲ ਹੀ ਉਹਨਾਂ ਨੇ ਜਿਹੜਾ ਕੇਅਰ ਟੇਕਰ ਰੱਖਿਆ ਹੋਇਆ ਸੀ ਉਸ ਨੂੰ ਵੀ ਦੋਸ਼ੀ ਪਾਇਆ ਗਿਆ। ਕੀ ਟੇਕ ਹੈ ਤੁਹਾਡਾ ਇਸ ਗੱਲ ਤੇ? ਦੇਖੋ ਬੀਬਾ ਜੀ, ਮੇਰੀ ਮਾਤਾ ਸੀ, ਮੈਨੂੰ ਦੁੱਖ ਤੇ ਹੈ ਹੀ ਹੈ ਜੀ। ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਰਿਹਾ ਕਿ ਪਿਛਲੇ 30 32 35 ਸਾਲਾਂ ਤੋਂ ਮੇਰਾ ਪਰਿਵਾਰ ਨਾਲ ਕੋਈ ਤਾਲੁਕ ਨਹੀਂ ਸੀਗਾ ਜੀ। ਮੈਨੂੰ ਕਿਸੇ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ, ਪਰ ਮੈਂ ਇੰਨੀ ਗੱਲ ਪਹਿਲਾਂ ਵੀ ਕਹੀ ਹੈ, ਮੈਂ ਹੁਣ ਵੀ ਤੁਹਾਨੂੰ ਵੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਕਹਿਣਾ ਹੈ ਕਿ ਮੇਰੀ ਮਾਂ ਸੀ। ਅਗਰ ਮੈਨੂੰ ਮੇਰੇ ਭੈਣ ਭਰਾ ਕੋਈ ਕੇਅਰ ਟੇਕਰ ਜਾਂ ਕੋਈ ਹੋਰ ਮੈਨੂੰ ਇਹ ਸੂਚਨਾ ਦਿੰਦਾ ਤੇ ਬੇਸ਼ੱਕ ਮੇਰਾ ਕੋਈ ਸਬੰਧ ਨਹੀਂ ਸੀ ਪਰਿਵਾਰ ਨਾਲ ਜਾਂ ਮੇਰੀ ਮਾਤਾ ਨਾਲ ਵੀ ਮੇਰਾ ਕੋਈ ਤਾਲੁਕ ਨਹੀਂ ਸੀਗਾ ਜੀ, ਤਾਂ ਅਗਰ ਮੈਨੂੰ ਕੋਈ ਸੂਚਨਾ ਮਿਲ ਜਾਂਦੀ ਤੇ ਮੈਂ ਆਪਦੀ ਮਾਂ ਨੂੰ ਇਸ ਹਾਲਤ 'ਚ ਨਹੀਂ ਸੀ ਰਹਿਣ ਦੇਣਾ। ਮੈਨੂੰ ਬਹੁਤ ਦੁੱਖ ਹੈ ਆਪਦੀ ਮਾਤਾ ਦੀ ਇਸ ਤਰ੍ਹਾਂ ਮੌਤ ਹੋ ਜਾਣ ਦਾ। ਜੀ ਤੇ ਰਾਜਿੰਦਰ ਜੀ, ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ, ਤੁਸੀਂ ਆਪਣੇ ਭਰਾ ਦੇ ਘਰ ਤੋਂ ਕਿੰਨੀ ਕੁ ਡਿਸਟੈਂਸ ਤੇ ਰਹਿੰਦੇ ਹੋ ਕਿ ਕਿਸੇ ਤਰ੍ਹਾਂ ਵੀ ਤੁਹਾਡੇ ਤੱਕ ਕੋਈ ਸੂਚਨਾ ਨਹੀਂ ਮਿਲ ਪਾਈ ਸੀ ਕਿ ਮਾਤਾ ਜੀ ਦੀ ਇਹ ਹਾਲਤ ਬਣੀ ਹੋਈ ਹੈ? ਬੀਬਾ ਜੀ, ਮੈਂ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਮੇਰਾ ਕਿਸੇ ਵੀ ਭੈਣ ਭਰਾ ਨਾਲ, ਨਾ ਮੇਰੀ ਮਾਤਾ ਨਾਲ ਮੇਰਾ ਕੋਈ ਮਤਲਬ ਕੋਈ ਬੋਲ ਬੁਲਾਰਾ ਜਾਂ ਕੋਈ ਲੈਣ ਦੇਣ ਜਾਂ ਕੋਈ ਫੋਨ ਤੇ, ਈਵਨ ਕਿ ਉਹਨਾਂ ਕੋਲ ਜਾਂ ਮੇਰੇ ਕੋਲ ਉਹਨਾਂ ਦਾ ਕੋਈ ਫੋਨ ਨੰਬਰ ਵੀ ਹੈ ਨਹੀਂ। ਮੈਂ ਦੂਰ ਰਹਿੰਦਾ ਸੀ, ਪਹਿਲਾਂ ਮੈਂ ਬਿਜਲੀ ਬੋਰਡ ਤੇ ਨਵੇਂ ਸ਼ਹਿਰ ਸਰਵਿਸ ਕਰਦਾ ਸੀ, ਫਿਰ ਮੈਂ ਬੰਗੇ ਚਲੇ ਗਿਆ, ਫਿਰ ਮੈਂ ਮੁਕਤਸਰ ਆ ਗਿਆ, ਤੇ ਉੱਥੋਂ ਕਰੀਬ 8-7 ਕਿਲੋਮੀਟਰ ਹੈਗਾ ਸ਼ਹਿਰ ਤੋਂ ਜਿੱਥੇ ਮੈਂ ਬਾਹਰ ਰਹਿਣਾ ਹੈ ਜੀ। ਤਾਂ ਪਰ ਮੇਰਾ ਤਾਲੁਕ ਕੋਈ ਨਹੀਂ ਸੀਗਾ ਜੀ। ਪਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇੱਕ ਤਰ੍ਹਾਂ ਤਸ਼ੱਦਦ ਉਹਨਾਂ ਤੇ ਵਰੀ ਹੈ, ਬਹੁਤ ਜ਼ਿਆਦਾ। ਹਾਲਾਂਕਿ ਉਹ ਮਾਂ ਸੀਗੇ ਔਰ ਸਭ ਦੇ ਹੀ ਮਾਂ ਸੀ, ਹਰ ਪੁੱਤ ਦਾ ਹੱਕ ਹੁੰਦਾ ਹੈ ਔਰ ਆਪਣੀ ਮਾਂ ਤੇ ਹੱਕ ਹੁੰਦਾ ਹੈ, ਉਹਨਾਂ ਦੀ ਸੇਵਾ ਕਰਨ ਦਾ ਪੂਰਾ ਫਰਜ਼ ਹੁੰਦਾ ਹੈ। ਪਰ ਖੈਰ, ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਹੁਣ ਜਦੋਂ ਤੁਹਾਡੇ ਭਰਾ ਨੂੰ ਦੋਸ਼ੀ ਇਸ ਦੇ ਵਿੱਚ ਪਾਇਆ ਗਿਆ ਡੀਸੀ ਦੀ ਰਿਪੋਰਟ ਦੇ ਵਿੱਚ, ਤੇ ਕੀ ਤੁਸੀਂ ਹੁਣ ਮੰਗਦੇ ਹੋ ਕਿ ਉਹਨਾਂ ਦੇ ਖਿਲਾਫ ਕਿਹੋ ਜਿਹਾ ਐਕਸ਼ਨ ਜਿਹੜਾ ਹੋਣਾ ਚਾਹੀਦਾ ਹੈ? ਬੀਬਾ ਜੀ, ਮੈਂ ਕੁਝ ਵੀ ਨਹੀਂ ਮੰਗਦਾਗਾ, ਉਹ ਜਾਣੇ, ਉਹਦਾ ਕੰਮ ਜਾਣੇ, ਉਹਨੇ ਕੀਤਾ ਉਹ ਭੁਗਤੇ। ਜੋ ਪ੍ਰਸ਼ਾਸਨ ਨੇ ਰਿਪੋਰਟ ਕੀਤੀ ਆ, ਮੇਰੇ ਵੀ ਬਿਆਨ ਪ੍ਰਸ਼ਾਸਨ ਨੇ ਲਏ ਸੀ, ਮੈਨੂੰ ਵੀ ਐਸਡੀਐਮ ਸਾਹਿਬ ਨੇ, ਐਸਪੀ ਸਾਹਿਬ ਨੇ ਬੁਲਾਇਆ ਸੀ ਔਰ ਜੋ ਤੱਤ ਸੀਗੇ ਮੈਨੂੰ ਮਹਿਲਾ ਆਯੋਗ ਨੇ ਬੁਲਾਇਆ। ਮੈਂ ਜੋ ਕੁਝ ਵੀ ਸੀ, ਮੈਂ ਕੋਈ ਗੱਲ ਕਿਸੇ ਤੋਂ ਲੁਕਾਈ ਨਹੀਂ, ਨਾ ਮੈਂ ਅੱਜ ਲੁਕਾਈ ਹੈ। ਪਰ ਮੈਨੂੰ ਇੰਨਾ ਕੁ ਦੁੱਖ ਮਤਲਬ ਸਦਾ ਰਹੇਗਾ ਆਪਦੀ ਮਾਤਾ ਦਾ ਵੀ ਜੇ ਮੈਨੂੰ ਟਾਈਮ ਰਹਿੰਦਿਆਂ, ਸਮਾਂ ਰਹਿੰਦਿਆਂ ਮੈਨੂੰ ਕੋਈ ਸੂਚਨਾ ਮਿਲ ਜਾਂਦੀ, ਮੈਨੂੰ ਪਤਾ ਹੁੰਦਾ, ਤਾਂ ਮੈਂ ਇਹ ਜੋ ਭਾਣਾ ਵਾਪਰਿਆ ਇਹ ਮੈਂ ਨਹੀਂ ਹੋਣ ਦੇਣਾ ਸੀਗਾ ਬਸ। ਜੀ, ਤੇ ਕੀ ਤੁਸੀਂ ਆਪਣੇ ਮਾਤਾ ਜੀ ਦੇ ਸੰਸਕਾਰ ਦੌਰਾਨ ਉੱਥੇ ਮੌਜੂਦ ਹੋਏ ਸੀ ਜਾਂ ਕਿਸੇ ਰਿਸ਼ਤੇਦਾਰ ਨੂੰ ਮਿਲੇ ਸੀ? ਹਾਂਜੀ, ਬਿਲਕੁਲ ਮੈਂ ਗਿਆ ਸੀਗਾ, ਸੰਸਕਾਰ ਤੇ ਗਿਆ। ਸੰਸਕਾਰ ਕਰਾਉਣ ਤੋਂ ਬਾਅਦ ਮੈਂ ਆ ਗਿਆ। ਉਹ ਸੰਸਕਾਰ ਕਰਾਉਣ ਤੋਂ ਬਾਅਦ ਮੈਂ ਮਤਲਬ ਮੇਰਾ ਉਸ ਤੋਂ ਬਾਅਦ ਵੀ ਮੇਰਾ ਕੋਈ ਪਰਿਵਾਰ ਨਾਲ ਨਾ ਉਹਨਾਂ ਨੇ ਮੈਨੂੰ ਕੋਈ ਪੁੱਛਿਆ, ਨਾ ਮੈਂ ਉਹਨਾਂ ਨੂੰ ਕੋਈ ਦੱਸਿਆ, ਕੋਈ ਮੇਰਾ ਤਾਲੁਕ ਉਹਨਾਂ ਨਾਲ ਨਹੀਂ ਹੈਗਾ। ਮੈਂ ਬਾਰ-ਬਾਰ ਇਹ ਗੱਲ ਕਹਿਣਾ ਹੈਗਾ ਕਿ ਮੈਨੂੰ ਮੇਰੇ ਪਰਿਵਾਰ ਨੇ ਜੋ ਵੀ, ਹਾਂ ਜਿਸ ਤਰ੍ਹਾਂ ਮੈਂ ਸੈਲਫ ਮੇਡ ਹੀ ਆ, ਮੇਰਾ ਕੋਈ ਤਾਲੁਕ ਨਹੀਂ ਹੈ ਇਸ ਗੱਲ ਨਾਲ। ਜੀ, ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਵਾਕਈ ਤੁਹਾਨੂੰ ਬੇहद ਦੁੱਖ ਹੈ ਮਾਤਾ ਜੀ ਨਾਲ ਜੋ ਤਸ਼ੱਦਦ ਹੋਈ, ਕਿਉਂ ਨਹੀਂ ਹੋਊਗਾ? ਉਸ ਤੋਂ ਬਾਅਦ ਨਹੀਂ ਹੋਊਗਾ,
ਜੀ ਤੇ ਉਸ ਤੋਂ ਬਾਅਦ ਕੀ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਵਤੀਰਾ ਉਹ ਕਰਦੇ ਸੀਗੇ ਮਾਤਾ ਜੀ ਦੇ ਨਾਲ? ਕੁਝ ਪਤਾ ਹੈ ਤੁਹਾਨੂੰ ਇਸ ਬਾਰੇ? ਨਹੀਂ ਬੀਬਾ ਜੀ, ਮੈਨੂੰ ਤਾਂ ਜੋ ਪ੍ਰਸ਼ਾਸਨ ਨੇ ਪੁੱਛਿਆ, ਜੋ ਮੈਨੂੰ ਦੱਸਿਆ, ਮੇਰੇ ਕੋਲ ਤਾਂ ਬਸ ਉਨੀ ਕੀ ਜਾਣਕਾਰੀ ਹੈ। ਮੇਰੀ ਉਹਨਾਂ ਨਾਲ ਕੋਈ ਬਹੁਤੀ ਨਹੀਂ ਗੱਲ, ਉਸ ਤੋਂ ਬਾਅਦ ਵੀ ਮੇਰੀ ਕੋਈ ਗੱਲ ਨਹੀਂ ਹੋਈਗੀ, ਕਿਸੇ ਭੈਣ ਭਰਾ ਨਾਲ ਵੀ ਨਹੀਂ ਹੋਈਗੀ, ਨਾ ਮੇਰੇ ਭਰਾ ਨਾਲ ਮੇਰੀ ਗੱਲ ਹੋਈ ਹੈ। ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਮੈਂ, ਹਾਲਾਂਕਿ ਮੈਂ ਖਬਰ ਵੇਖੀ ਨਹੀਂ ਹੈ, ਤੇ ਮੈਨੂੰ ਪਤਾ ਲੱਗਿਆ ਵੀ ਜਿਹੜਾ ਇਹ ਮੇਰਾ ਭਰਾ ਹੈ ਛੋਟਾ ਬਲਵਿੰਦਰ ਸਿੰਘ, ਉਹਦੇ ਖਿਲਾਫ ਜਿਹੜਾ ਕੇਅਰ ਟੇਕਰ ਹੈ, ਪਤਾ ਨਹੀਂ ਉਹਦਾ ਨਾਂ ਸ਼ਾਇਦ ਅਫਰਿਆ ਸੀ ਰਜੇਸ਼, ਉਹਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਮੈਨੂੰ ਤਾਂ ਖਬਰਾਂ ਤੋਂ ਪਤਾ ਲੱਗਿਆ ਜੀ। ਜੀ ਠੀਕ ਹੈ, ਸ਼ੁਕਰੀਆ ਰਜਿੰਦਰ ਸਿੰਘ ਜੀ ਸਾਡੇ ਨਾਲ ਜੁੜਨ ਵਾਸਤੇ, ਨਿਊਜ਼ 18 ਤੇ ਆਪਣੀ ਗੱਲ ਰੱਖਣ ਵਾਸਤੇ। ਤਾਂ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੁਕਤਸਰ ਸਾਹਿਬ ਤੋਂ ਜੋ ਇਹ ਮਾਮਲਾ ਆਇਆ ਸੀ, ਬੇहद ਦਿਲ ਦਹਿਲਾਉਣ ਵਾਲੀਆਂ ਤਸਵੀਰਾਂ, ਇੱਕ ਮਾਂ ਦੀ ਅਜਿਹੀ ਹਾਲਤ ਜਿਨ੍ਹਾਂ ਦੇ ਸਿਰ ਦੇ ਵਿੱਚ ਵੀ ਕੀੜੇ ਤੱਕ ਪੈ ਚੁੱਕੇ ਸਨ, ਪਰ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਸੀ। ਔਰ ਉਸ ਤੋਂ ਬਾਅਦ ਰਿਸ਼ਤੇਦਾਰ ਕੀ ਕਿ ਪੁੱਤਾਂ ਨੇ ਵੀ ਆਪਣਾ ਪੱਲਾ ਝਾੜ ਦਿੱਤਾ ਇਸ ਮਾਂ ਤੋਂ। ਫਿਲਹਾਲ ਇੱਕ ਪੁੱਤ ਜਿਹੜਾ ਇਸ ਦੇ ਵਿੱਚ ਦੋਸ਼ੀ ਪਾਇਆ ਗਿਆ, ਉਸ ਦੇ ਨਾਲ ਹੀ ਕੇਅਰ ਟੇਕਰ ਜਿਹੜਾ ਦੋਸ਼ੀ ਪਾਇਆ। ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਪੰਜਾਬ ਵੂਮਨ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਜੀ, ਸਾਡੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਹੀ ਸਾਡੇ ਸਹਿਯੋਗੀ ਬਠਿੰਡਾ ਤੋਂ ਸੂਰਜ ਭਾਨ ਸਾਡੇ ਨਾਲ ਜੁੜੇ ਹੋਏ ਨੇ। ਇੱਕ ਵਾਰ ਸੂਰਜ ਤੁਹਾਡਾ ਰੁਖ ਕਰਦੇ ਆ, ਤੁਸੀਂ ਉੱਥੇ ਬਠਿੰਡਾ ਦੇ ਕੀ ਹੁਣ ਅਪਡੇਟ ਹੈ ਫਿਲਹਾਲ ਤੁਹਾਡੇ ਕੋਲ? ਪੁਲਿਸ ਵੱਲੋਂ ਕੀ ਕੁਝ ਐਕਸ਼ਨ ਜਿਹੜਾ ਲਿਆ ਜਾ ਰਿਹਾ, ਕਿਉਂਕਿ ਡੀਸੀ ਦੀ ਰਿਪੋਰਟ ਦੇ ਵਿੱਚ ਦੋਸ਼ੀ ਪਾਇਆ ਜਾ ਚੁੱਕਿਆ ਹੈ, ਬੇਟਾ ਪਾਇਆ ਜਾ ਚੁੱਕਿਆ ਹੈ, ਕੇਅਰ ਟੇਕਰ ਪਾਇਆ ਜਾ ਚੁੱਕਿਆ ਹੈ, ਹੁਣ ਕੀ ਕੁਝ ਅਪਡੇਟ ਹੈ, ਅਗਲੀ ਕੀ ਕੁਝ ਐਕਸ਼ਨ ਪੁਲਿਸ ਵੱਲੋਂ ਲਿਆ ਜਾ ਸਕਦਾ ਹੈ? ਦੇਖੋ, ਨਿਊਜ਼ 18 ਨੇ ਪਹਿਲੇ ਦਿਨ ਤੋਂ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਉਠਾਇਆ ਸੀ ਤੇ ਉਸ ਦਾ ਅਸਰ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਡੀਸੀ ਨੇ ਰਿਪੋਰਟ ਦੇ ਵਿੱਚ ਸਾਫ਼ ਕਰ ਦਿੱਤਾ ਹੈ ਕਿ 2 ਲੋਕਾਂ ਦੇ ਖਿਲਾਫ ਕਾਰਵਾਈ ਹੋਊਗੀ, ਜਿਸ ਦੀ ਰਿਪੋਰਟ ਬਣਾ ਕੇ ਮਹਿਲਾ ਕਮਿਸ਼ਨ ਨੂੰ ਬਕਾਇਦਾ ਭੇਜ ਦਿੱਤੀ ਹੈ ਤੇ ਐਸਐਸਪੀ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਕਿ ਇਹਨਾਂ ਦੇ ਖਿਲਾਫ ਕ੍ਰਿਮੀਨਲ ਕਾਰਵਾਈ ਹੋਵੇ, ਭਾਵ ਕਿ ਐਫਆਈਆਰ ਦਰਜ ਹੋਵੇ, ਜਿਸ ਦੇ ਵਿੱਚ ਛੋਟੇ ਬੇਟੇ ਦੇ ਖਿਲਾਫ ਐਫਆਈਆਰ ਤੇ ਨਾਲ ਹੀ ਜਿਹੜਾ ਕੇਅਰ ਟੇਕਰ ਸੀ ਉਸ ਦੇ ਖਿਲਾਫ ਐਫਆਈਆਰ ਕਰਨ ਦੇ ਆਦੇਸ਼ ਦਿੱਤੇ ਨੇ। ਕਿਤੇ ਨਾ ਕਿਤੇ ਜਾ ਕੇ ਬੇਸ਼ੱਕ ਕਾਫੀ ਲੰਬਾ ਟਾਈਮ ਲੱਗਿਆ, ਲੰਬਾ ਟਾਈਮ ਤੋਂ ਮਤਲਬ ਕਿ ਕਾਫੀ ਦਿਨ ਲੱਗੇ ਇਸ ਰਿਪੋਰਟ ਦੇਣ ਦੇ ਵਿੱਚ, ਕਿਉਂਕਿ ਐਸਡੀਐਮ ਨੇ ਰਿਪੋਰਟ ਬੰਦ ਲਿਫਾਫੇ ਦੇ ਵਿੱਚ ਡੀਸੀ ਨੂੰ ਦੇਣੀ ਸੀ, ਡੀਸੀ ਨੇ ਰਿਪੋਰਟ ਮਹਿਲਾ ਕਮਿਸ਼ਨ ਨੂੰ ਦੇਣੀ ਸੀ। ਆਖਿਰਕਾਰ ਉਸ ਛੋਟੇ ਬੇਟੇ ਦੇ ਖਿਲਾਫ ਤੇ ਕੇਅਰ ਟੇਕਰ ਦੇ ਖਿਲਾਫ ਕਾਰਵਾਈ ਜ਼ਰੂਰ ਹੋਈ ਹੈ, ਪਰ ਇਸ ਤਰ੍ਹਾਂ ਦੀ ਐਗਜ਼ਾਮਪਲ ਸੈੱਟ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਅੱਗੇ ਤੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਨਾ ਆਉਣ, ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਨਾ ਆਉਣ ਕਿ ਬਜ਼ੁਰਗ ਮਾਤਾ ਪਿਤਾ ਨੂੰ ਸੜਕਾਂ ਦੇ ਉੱਪਰ ਸਿੱਟਿਆ ਜਾਵੇ। ਹਾਲਾਂਕਿ ਕਾਰਵਾਈ ਜ਼ਰੂਰ ਹੋਈ ਹੈ, ਉਸਦੇ ਦੂਜੇ ਬੇਟੇ ਦੇ ਨਾਲ ਵੀ ਗੱਲਬਾਤ ਹੋਈ ਹੈ। ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਮੈਨੂੰ ਦੁੱਖ ਜ਼ਰੂਰ ਹੈ ਮੇਰੀ ਮਾਂ ਦੇ ਜਾਣ ਦਾ, ਕਿਉਂਕਿ ਉਹ ਆਪਣੀ ਮਾਂ ਤੋਂ ਵੱਖਰਾ ਰਹਿ ਰਿਹਾ ਸੀ, ਕਾਫੀ ਸਾਲਾਂ ਤੋਂ ਆਪਦੇ ਪਰਿਵਾਰ ਤੋਂ ਵੱਖਰਾ ਸੀ। ਉਸ ਦਾ ਵੱਡਾ ਬੇਟਾ ਰਜਿੰਦਰ ਰਾਜਾ, ਉਸ ਦੇ ਨਾਲ ਵੀ ਸਾਡੀ ਗੱਲਬਾਤ ਹੋਈ, ਉਹ ਕਹਿ ਰਿਹਾ ਕਿ ਮੈਨੂੰ ਸਦਾ ਦੁੱਖ ਰਹੇਗਾ, ਪਰ ਕਦੇ ਵੀ ਉਹਨੇ ਇਸ ਚੀਜ਼ ਤੇ ਜ਼ਰੂਰ ਮਨਸ਼ਾ ਜ਼ਾਹਰ ਕੀਤੀ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਗੱਲਬਾਤ ਨਾ ਹੋਵੇ, ਐਗਜ਼ਾਮਪਲ ਸੈੱਟ ਹੋਵੇ। ਲੋਕਾਂ ਨੂੰ ਵੀ ਆਪਦੀ ਫਿਲਹਾਲ ਸੋਚ ਬਦਲਣ ਦੀ ਲੋੜ ਹੈ। ਹਾਲਾਂਕਿ ਡੀਸੀ ਦੀ ਕਾਰਵਾਈ ਦੇ ਵਿੱਚ ਇਹਨਾਂ ਲੋਕਾਂ ਦੇ ਖਿਲਾਫ ਛੋਟਾ ਬੇਟਾ ਔਰ ਜਿਹੜਾ ਕੇਅਰ ਟੇਕਰ ਉਸ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਫਿਲਹਾਲ ਆਦੇਸ਼ ਦਿੱਤੇ ਨੇ। ਜੀ ਠੀਕ ਹੈ ਸੂਰਜ, ਤੁਸੀਂ ਬਣੇ ਰਹੋ ਸਾਡੇ ਨਾਲ। ਫਿਲਹਾਲ ਇੱਕ ਵਾਰ ਫਿਰ ਤੋਂ ਗੱਲਬਾਤ ਕਰ ਲੈਂਦੇ ਆ। ਪੰਜਾਬ ਵੂਮਨ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਜੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਮਨੀਸ਼ਾ ਜੀ, ਬਹੁਤ ਹੀ ਜ਼ਿਆਦਾ ਸੈਂਸਿਟਿਵ ਕੇਸ ਹੈ, ਇੰਨੇ ਬੱਚੇ ਇਨਸੈਂਸਿਟਿਵ ਕਿੱਦਾਂ ਹੋ ਜਾਂਦੇ ਨੇ? ਆਖਿਰਕਾਰ ਕੀ ਇਹੋ ਜਿਹੇ ਫੈਕਟਰਸ ਰਹਿੰਦੇ ਨੇ ਕਿ ਉਹ ਇੰਨੇ ਇਨਸੈਂਸਿਟਿਵ ਹੋ ਜਾਂਦੇ ਨੇ? ਔਰ ਉਸ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਵਿਰਧਾਂ ਵਾਸਤੇ, ਬਜ਼ੁਰਗਾਂ ਵਾਸਤੇ ਇੱਕ ਹੈਲਪਲਾਈਨ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ, ਉਸ ਬਾਰੇ ਥੋੜਾ ਹੋਰ ਤੁਹਾਡੇ ਤੋਂ ਡਿਸਕ੍ਰਿਪਸ਼ਨ ਜਾਣਨੀ ਚਾਹਾਂਗੇ, ਕਿਸ ਤਰ੍ਹਾਂ ਇਹ ਵਰਕਆਊਟ ਕਰਦੀ ਹੈ ਔਰ ਕਿਸ ਤਰ੍ਹਾਂ ਕੋਈ ਬਜ਼ੁਰਗ ਤੁਹਾਡੇ ਤੱਕ ਰੀਚ ਕਰ ਸਕਦਾ ਹੈ? ਹਾਂਜੀ ਨਵਦੀਪ, ਉਹ ਅੱਜ ਤੁਹਾਡੀ ਸਾਡੀ ਮੁਹਿੰਮ ਪੂਰੇ ਪੰਜਾਬ ਦੀ ਮੀਡੀਆ ਦੀ ਮੁਹਿੰਮ रंग लेके आइए। जड़ा एक हेल्पलाइन नंबर जारी कर दिता गया भारत सरकार द्वारा, वो 1 अक्टूबर तो वो नंबर चालू हो जाएगा। तो पूरे भारत साडी मुहिम रंग लेके आइए कि पंजाब ने इनिशिएटिव, पंजाब दी मीडिया ने, पंजाब वुमेन कमिशन ने, पंजाब सरकार ने भी लिखिया सी कि हेल्पलाइन नंबर जारी किया जाए। तो सब दी मिल के मुहिम रंग लेके आइए कि अज पूरे भारत के सीनियर सिटीजन लिए बड़ा सपोर्ट सिस्टम सैट होएगा। बहुत बड़ी कामयाबी है। दूजा तुसी सवाल किया कि इस तरह अजकल क्यों हो रहा है, यह समाज का एक बड़ा ही दुखदाई रूप है जिहड़ा साडे सामने निकल के आ रहा है। तुहाडे चैनल राही अज सीनियर सिटीजन ते बजुर्गां लई एक मैसेज देना चाहनी हाँ, और मैनू लगता है कि जे मैसेज नू समझणगे ते कामयाबी जरूर मिलेगी। मैं परिवारां च देखिया कि जदों 3 या 4 बच्चे हुंदे ने, पेरेंट्स पार्शल हो जाते हैं। ਵੱਡੇ ਬੇਟੇ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ, ਛੋਟੇ ਨੂੰ ਘੱਟ ਸੁਣਿਆ, ਵੱਡੀ ਨੂੰ ਜ਼ਿਆਦਾ ਸੁਣਿਆ, ਛੋਟੀ ਨੂੰ ਇਗਨੋਰ ਕੀਤਾ, ਬੇਟੀ ਨੂੰ ਸੁਣ ਲਿਆ, ਬੇਟਿਆਂ ਨੂੰ ਨਾ ਸੁਣਿਆ। ਜਦੋਂ ਇਦਾਂ ਦੀ ਪਾਰਸ਼ੈਲਿਟੀ ਹੁੰਦੀ ਹੈ, ਬੱਚਿਆਂ 'ਚ ਮਤਭੇਦ ਵਧਣ ਲੱਗ ਜਾਂਦੇ ਨੇ। ਜਾਂ ਤੇ ਤੁਸੀਂ ਇੰਨੇ ਸਟਰੋਂਗ ਹੋ ਜਾਓ, ਤਗੜੇ ਹੋ ਜਾਓ ਕਿ ਤੁਹਾਨੂੰ ਬੱਚਿਆਂ ਦੇ ਸਪੋਰਟ ਦੀ ਜ਼ਰੂਰਤ ਹੀ ਨਹੀਂ ਰਹੀ, ਅਥਾਰਟੀ ਬਣ ਕੇ ਘਰ 'ਚ ਰਹੋ, ਬੱਚਿਆਂ ਦੀ ਅੱਛੀ ਪਰਵਰਿਸ਼ ਜੇ ਤੁਸੀਂ ਕੀਤੀ ਹੈ, ਬੱਚੇ ਤੁਹਾਡਾ ਮਾਨ ਸਨਮਾਨ ਕਰਨ। ਔਰ ਜੇ ਤੁਸੀਂ ਪਾਰਸ਼ਲ ਹੁੰਦੇ ਹੋ, ਉਹਦਾ ਕਿਤੇ ਨਾ ਕਿਤੇ ਖਮਿਆਜਾ ਤੁਹਾਡੇ ਸਾਰੇ ਬੱਚੇ ਭੁਗਤਦੇ ਨੇ। ਮਤਭੇਦ ਹੋ ਜਾਂਦੇ ਨੇ,
बच्चे आपस में बोलना। देखो ऐसे मुक्तसर वाले केस विच भी क्यों 30 साल तो अपनी फैमिली तो दूर ने, क्यों अपने भरा नाल नहीं बोल रहे, क्यों अपनी बहना नाल नहीं बोल रहे, इहदे पिछे जरूर कोई ना कोई दुखदाई इदां दा बनया होएगा कि ये अपने परिवार तो दूर हो गए। पर फिर भी मां मां ही है, जे दूर भी हो गए मां दा कर्ज कोई नहीं ला सकदा। ते सीनियर सिटीजन ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਬੱਚਿਆਂ 'ਚ ਪਾਰਸ਼ਲ ਨਾ ਹੋ, ਹੱਥ ਦੀਆਂ ਸਾਰੀਆਂ ਉਂਗਲਾਂ ਇੱਕ ਬਰਾਬਰ ਨੇ, ਦੋ ਅੱਖਾਂ ਨੇ ਤੁਹਾਡੀਆਂ, ਬੱਚੇ ਪਾਰਸ਼ਲ ਨਾ ਹੋ, ਸਟਰੋਂਗ ਬਣ ਜਾਓ, ਆਪਣੇ ਰਾਈਟਸ ਨੂੰ ਦੇਖੋ। ਔਰ ਬੱਚਿਆਂ ਦੀ ਜਿਹੜੀ ਹੈ ਤੁਸੀਂ ਪਾਰਸ਼ੈਲਿਟੀ ਕਰਦੇ ਹੋ ਉਹ ਕਿਤੇ ਨਾ ਕਿਤੇ ਤੁਹਾਡੇ ਗ੍ਰੈਂਡ ਚਿਲਡਰਨਸ ਨੂੰ ਵੀ ਇਹ ਭੁਗਤਣਾ ਪੈਂਦਾ ਹੈ ਔਰ ਸਾਡਾ ਯੂਥ ਖਰਾਬ ਹੋਏਗਾ, ਬਿਖਰਾਬ ਹੋਏਗਾ ਪਰਿਵਾਰਾਂ ਦਾ, ਤੇ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। जी बिल्कुल शुक्रिया मनीषा जी साडे नाल जुड़न वास्ते। न्यूज़ 18 तुसीं अपनी सारी गल बहुत डिस्क्रिप्शन दे नाल रखी और शुक्रिया सूरजपान तुसीं भी साडे नाल जुड़े रहे और इस मामले ते तुसीं हुण तक हर एक अपडेट जिहड़ी है वो दर्शकों तक पहुंचाई है। तां फिलहाल तुहानूं दस दईए कि इस मामले दे विच जो बुजुर्ग महिला कुछ दिन पहला मिले सन, एक लावारिस हालात दे विच मिले सन और उस मामले दे विच एक बार फिर तो नवां मोड़ आ गया जिथे कि DC दे वल्लों जिहड़ी रिपोर्ट सामने आई है उस दे विच इस महिला दा जिहड़ा पुत्तर है एक बलविंदर सिंह वो दोषी पाया गया। इस दे नाल ही जो इस पुत्तर ने जिसनूं केयर टेकिंग करन वास्ते जिस केयर टेकर नूं अगे रखिया सी, हायर कीता सी, उसनूं भी दोषी पाया गया क्योंकि उसने इस बुजुर्ग महिला नूं बेहद ही बद तो बदतर हालातां दे विच इन्हां नूं रखिया होया सी। फिलहाल वेला एक छोटे ਜਿਹੇ कमर्शियल ब्रेक दा, अगे भी खबरां दा सिलसिला न्यूज़ 18 ते लगातार जारी है। इस टेक्स्ट हेडलाइन ब्रेक तो बाद एक बार फिर तो स्वागत है। हुण गल श्रोमणी गुरुद्वारा प्रबंधक कमेटी दे साबका मुख सकत्तर रूप सिंह दे नाल जुड़ी हुई, डॉक्टर रूप सिंह दे नाल जुड़ी हुई। तां श्री गुरु ग्रंथ साहिब जी दे ਸਰੂਪ चोरी होने के मामले दे विच हुण डॉक्टर रूप सिंह ने सफाई दित्ती है। उन्हां अपने आप नूं बेकसूर दस्सिया है। उन्हां दा कहना है कि कुछ लोग उन्हां नूं बदनाम करने दी साजिश रच रहे ने, पर सच सब दे सामने जल्द ही आ जाएगा। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਣ ਦੇ ਮਾਮਲੇ ਨੂੰ ਲੈ ਕੇ ਪੂਰੀ ਸ਼੍ਰੋਮਣੀ ਕਮੇਟੀ ਦੇ ਵਿੱਚ ਹਲਚਲ ਹੈ। ਪਿਛਲੇ ਦਿਨੀ 3 ਮੈਂਬਰੀ ਕਮੇਟੀ ਵੱਲੋਂ ਜਾਂਚ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਗਈ ਤੇ ਸ਼੍ਰੋਮਣੀ ਕਮੇਟੀ ਵੱਲੋਂ ਅੰਤਰਿਮ ਕਮੇਟੀ ਦੀ ਬੈਠਕ ਦੌਰਾਨ ਅਜਿਹਾ ਇਤਿਹਾਸਕ ਫੈਸਲਾ ਸੁਣਾਇਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਕਰੀਬ 15 ਅਧਿਕਾਰੀਆਂ ਤੇ ਕਰਮਚਾਰੀਆਂ ਤੇ ਗਾਜ ਡਿੱਗੀ। ਵੱਡਾ ਘਪਲਾ ਉਜਾਗਰ ਹੋਇਆ। ਕਈਆਂ ਦੀ ਛੁੱਟੀ ਹੋਈ, ਕਈਆਂ ਦੇ ਖਿਲਾਫ ਕੇਸ ਦਰਜ ਕਰਨ ਦੀ ਗੱਲ ਕਹੀ ਗਈ ਤੇ ਕਈਆਂ ਤੋਂ ਕਰੋੜਾਂ ਰੁਪਏ ਦੀ ਰਿਕਵਰੀ ਦੇ ਵੀ ਆਦੇਸ਼ ਦਿੱਤੇ ਗਏ। ਉੱਥੇ ਅੰਤਰਿਮ ਕਮੇਟੀ ਦੌਰਾਨ ਡਾਕਟਰ ਰੂਪ ਸਿੰਘ ਦੇ ਵੱਲੋਂ ਮੁੱਖ ਸਕੱਤਰ ਦੇ ਅਹੁਦੇ ਤੋਂ ਦਿੱਤਾ ਗਿਆ ਅਸਤੀਫਾ ਵੀ ਮਨਜ਼ੂਰ ਕੀਤਾ ਗਿਆ ਤੇ ਰੂਪ ਸਿੰਘ ਦੇ ਖਿਲਾਫ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਗਏ। ਜਿਸ ਦੇ ਬਾਅਦ ਡਾਕਟਰ ਰੂਪ ਸਿੰਘ ਨੇ ਫੇਸਬੁੱਕ ਤੇ ਪੋਸਟ ਪਾ ਕੇ ਪੂਰੇ ਮਾਮਲੇ ਤੇ ਆਪਣੀ ਸਫਾਈ ਦਿੱਤੀ ਹੈ। ਡਾਕਟਰ ਰੂਪ ਸਿੰਘ ਨੇ ਲਿਖਿਆ ਕਿ ਗੁਰੂ ਸਵਾਰਿਓ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵਧਣ ਘਟਣ ਦੇ ਗੰਭੀਰ ਮਸਲੇ ਸੰਬੰਧੀ ਮੌਜੂਦਾ ਮੁੱਖ ਸਕੱਤਰ ਹੋਣ ਕਰਕੇ ਮੈਂ ਇਖਲਾਕੀ ਜ਼ਿੰਮੇਵਾਰੀ ਮੰਨ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕਾ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਦੋਸ਼ੀ ਹਾਂ। ਮੈਂ ਹਰ ਤਰ੍ਹਾਂ ਦੀ ਪੜਤਾਲ ਦੇ ਵਿੱਚ ਸਹਿਯੋਗ ਦਿੱਤਾ ਹੈ ਤੇ ਹੁਣ ਵੀ ਸਹਿਯੋਗ ਦੇਵਾਂਗਾ। ਕੈਨੇਡਾ ਜਾਣਾ ਮੇਰੀ ਪਰਿਵਾਰਕ ਮਜਬੂਰੀ ਸੀ, ਜਿਸ ਲਈ ਮਾਰਚ ਮਹੀਨੇ ਤੋਂ ਯਤਨਸ਼ੀਲ ਸੀ। ਪ੍ਰਧਾਨ ਸਾਹਿਬ ਪਾਸੋਂ 40 ਦਿਨਾਂ ਦੀ ਲਿਖਤੀ ਆਗਿਆ ਤੇ ਵਿਦੇਸ਼ ਦੀ ਛੁੱਟੀ ਪ੍ਰਵਾਨ ਕਰਕੇ ਗਿਆ ਸੀ। ਗਿਣੀ ਮਿਣੀ ਸਾਜ਼ਿਸ਼ ਦੇ ਤਹਿਤ ਦੋਸ਼ੀਆਂ ਨੂੰ ਛੱਡ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਪੂਰਨ ਭਰੋਸਾ ਹੈ, ਜਲਦੀ ਹੀ ਸਭ ਸੱਚ ਸਭ ਦੇ ਸਾਹਮਣੇ ਆਵੇਗਾ। ਇਕਾਂਤਵਾਸ ਖਤਮ ਹੁੰਦਿਆਂ ਸਭ ਕੁਝ ਸਪਸ਼ਟ ਕਰਾਂਗਾ। ਦਰਅਸਲ 3 ਮੈਂਬਰੀ ਕਮੇਟੀ ਵੱਲੋਂ ਦਿੱਤੀ ਰਿਪੋਰਟ ਦੌਰਾਨ ਕਈ ਅਹਿਮ ਖੁਲਾਸੇ ਹੋਏ ਸਨ ਕਿ ਉਸ ਦੇ ਵਿੱਚ ਪਾਇਆ ਗਿਆ ਸੀ ਕਿ 267 ਨਹੀਂ ਬਲਕਿ 328 ਸਰੂਪ ਗਾਇਬ ਹੋਏ ਸਨ ਤੇ ਅਣਅਧਿਕਾਰਿਤ ਤੌਰ ਤੇ ਸਰੂਪ ਤਿਆਰ ਕਰਵਾ ਕੇ ਲੋਕਾਂ ਨੂੰ ਸੌਂਪੇ ਗਏ ਤੇ 2016 ਤੋਂ ਬਾਅਦ ਵਿਭਾਗ ਦਾ ਆਡਿਟ ਵੀ ਨਹੀਂ ਕਰਵਾਇਆ ਗਿਆ। ਅਜਿਹੇ ਕਈ ਵੱਡੇ ਖੁਲਾਸੇ ਹੋਏ ਸਨ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ।
ਉਧਰ ਚੰਡੀਗੜ੍ਹ ਪ੍ਰਸ਼ਾਸਨ ਨੇ ਹੈਲਪ ਡੈਸਕ ਸਥਾਪਿਤ ਕੀਤਾ ਹੈ ਜੋ ਕਿ ਚੰਡੀਗੜ੍ਹ ਦੇ ਵਿੱਚ ਘਰਾਂ ਦੇ ਵਿੱਚ ਆਈਸੋਲੇਟ ਹੋਏ ਕੋਰੋਨਾ ਮਰੀਜ਼ਾਂ ਦੀ ਸਹਾਇਤਾ ਕਰ ਰਿਹਾ ਹੈ। ਪ੍ਰਸ਼ਾਸਨ ਹੈਲਪ ਡੈਸਕ ਦੇ ਜ਼ਰੀਏ ਮਰੀਜ਼ਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਔਰ ਹੈਲਪ ਡੈਸਕ ਸ਼ੁਰੂ ਕਰਨ ਦਾ ਮਕਸਦ ਮਰੀਜ਼ਾਂ ਦੇ ਇਕੱਲੇਪਨ ਨੂੰ ਦੂਰ ਕਰਨਾ ਹੈ। ਨਾਲ ਹੀ ਜੇ ਉਹਨਾਂ ਨੂੰ ਕੋਈ ਸਮੱਸਿਆ ਹੈ ਤਾਂ ਇਸ ਦਾ ਹੱਲ ਵੀ ਜਿਹੜਾ ਹੈ ਉਹ ਮੈਡੀਕਲ ਸਲਾਹ ਦੁਆਰਾ ਹੱਲ ਕੀਤਾ ਜਾਂਦਾ ਹੈ ਔਰ ਹੈਲਪ ਡੈਸਕ ਦੀ ਸ਼ੁਰੂਆਤ ਦੇ ਨਾਲ ਮਰੀਜ਼ਾਂ ਨੂੰ ਨੈਤਿਕ ਸਹਾਇਤਾ ਵੀ ਮਿਲ ਰਹੀ ਹੈ। ਇਹ ਹੈਲਪ ਡੈਸਕ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੈਕਟਰ 9 ਦੇ ਦਫ਼ਤਰ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਔਰ ਨੋਡਲ ਅਧਿਕਾਰੀ ਯਸ਼ਪਾਲ ਦੇ ਅਨੁਸਾਰ ਜਿਨ੍ਹਾਂ ਮਰੀਜ਼ਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਨੂੰ ਡਾਕਟਰਾਂ ਵੱਲੋਂ ਵੀਡੀਓ ਕਾਲਿੰਗ ਦੁਆਰਾ ਸਲਾਹ ਵੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। इसका मेन काम है जो लोग पॉजिटिव हैं, कोविड पॉजिटिव हैं और जो होम आइसोलेशन में हैं उनको कांटेक्ट करना, डेली उनको कांटेक्ट करते हैं और उनसे पूछना कि उनको किसी तरह की कोई तकलीफ तो नहीं है और अगर किसी को किसी भी तरह की मेडिकल इमरजेंसी होती है तो उसको एम्बुलेंस या जो भी है अरेंज करना जिससे कि उसका मेडिकल असिस्टेंस उसको जो भी चाहिए हॉस्पिटल में एडमिशन वगैरह वो करवा सके। कोविड-19 के चलते लगातार अवेयरनेस की जा रही है। वार रूम की मीटिंग में अगर हम चंडीगढ़ में बात करें, चंडीगढ़ में कोविड-19 के जो मामले हैं वो लगातार बढ़ते जा रहे हैं। हालांकि अब करीब 1000 से भी ज़्यादा लोगों को होम आइसोलेट किया गया है। उसके साथ साथ जो वार रूम में डिसीज़न हुआ है कि एक हेल्प डेस्क बनाया गया है। जो भी होम आइसोलेट लोग हैं उनको डेली रूटीन वाइज कॉल किया जाता है। अगर कोई प्रॉब्लम होती है तो डॉक्टर्स की जो टीम है उनसे बातचीत करती है, वीडियो कॉन्फ्रेंसिंग के जरिए उनसे बातचीत की जाती है। अगर कोई भी प्रॉब्लम होती है, कोई मेडिसिन है, उनको लिख कर दी जाती है। क्योंकि सबसे बड़ी बात यह है कि मॉरल सपोर्ट जो है वो भी बहुत ज़रूरी है, जिसको लेकर अलग अलग जोन 4 जोनों में बांटे गया है। जोन 1, जोन 2, जोन 3, जोन 4 ये हेल्प डेस्क है। 4 डॉक्टर्स और साथ साथ जो हाउसिंग बोर्ड सेक्टर 9 में यहाँ पर टीम जो है वो लगाई गई है साथ में, जो पूरा उनको कॉल करती है। उनके जो पूरी उनका डाटा आता है, जो जो लोग होम आइसोलेट में हैं उनको कॉल करने के बाद उनसे बातचीत की जाती है। अगर कोई प्रॉब्लम है तो उसके साथ उनसे बात